ਜੰਗ ਦੇ 5ਵੇਂ ਦਿਨ ਯੂਕਰੇਨ ਤੇ ਰਸ਼ੀਆ ਦੇ ਵਿਚਾਲੇ ਸ਼ੁਰੂ ਹੋਈ ਗੱਲਬਾਤ। ਬੈਲਾਰੂਸ ਦੇ ਵਿੱਚ ਮੀਟਿੰਗ ਕਰ ਰਹੇ ਦੋਵੇਂ ਦੇਸ਼ਾਂ ਦੇ ਨੁਮਾਇੰਦੇ। ਵਾਰ ਜ਼ੋਨ ਦੇ ਵਿੱਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਦੇ ਲਈ ਐਕਸ਼ਨ ਦੇ ਵਿੱਚ ਕੇਂਦਰ ਸਰਕਾਰ। ਯੂਕਰੇਨ ਦੇ ਗੁਆਂਢੀ ਦੇਸ਼ ਦੇ ਵਿੱਚ ਜਾਣਗੇ 4 ਕੇਂਦਰੀ ਮੰਤਰੀ। ਹਰਦੀਪ ਪੁਰੀ ਹੰਗਰੀ, ਵੀਕੇ ਸਿੰਘ ਪੋਲੈਂਡ, ਸਿੰਧਿਆ ਰੋਮਾਨੀਆ ਤੇ ਰਿਜਿਜੂ ਜਾਣਗੇ ਸਲੋਵਾਕੀਆ। ਕੇਂਦਰ ਦਾ ਸੂਬਾ ਸਰਕਾਰਾਂ ਨੂੰ ਨਿਰਦੇਸ਼। ਯੂਕਰੇਨ 'ਚ ਫਸੇ ਵਿਦਿਆਰਥੀਆਂ ਦੀ ਮੰਗੀ ਜਾਣਕਾਰੀ। ਪਰਿਵਾਰਾਂ ਦੇ ਨਾਲ ਵੀ ਸੰਪਰਕ ਕਰਨ ਦੇ ਲਈ ਕਿਹਾ। ਜ਼ਿਲ੍ਹਾ ਪੱਧਰੀ ਪ੍ਰਬੰਧ ਕਰਨ ਦੇ ਵੀ ਨਿਰਦੇਸ਼। ਪੰਜਾਬ ਦੇ ਵਿੱਚ ਬੀਬੀਐਮਬੀ ਵਿਵਾਦ ਤੇ ਸਿਆਸੀ ਘਮਸਾਨ ਜਾਰੀ। ਰਾਜਪਾਲ ਨੂੰ ਮਿਲਣਗੇ ਵਿਧਾਨ ਸਭਾ ਸਪੀਕਰ ਕੇਪੀ ਰਾਣਾ ਤੇ ਸ਼ਾਮ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਢੀਂਡਸਾ ਕਰਨਗੇ ਮੁਲਾਕਾਤ। ਪੰਜਾਬ ਹਰਿਆਣਾ ਦੀ ਸਥਾਈ ਮੈਂਬਰਸ਼ਿਪ ਖਤਮ ਕਰਨ ਦਾ ਕਰਨਗੇ ਵਿਰੋਧ। ਇਤਿਹਾਸ ਦੀ ਕਿਤਾਬ ਨੂੰ ਲੈ ਕੇ ਭਖਿਆ ਵਿਵਾਦ। ਮੋਹਾਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਪੀਐਸਸੀਬੀ ਦੇ ਦਫ਼ਤਰ ਦੇ ਬਾਹਰ ਕੀਤਾ ਘਿਰਾਓ। ਜ਼ਿੰਮੇਵਾਰ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ। ਫਿਰ ਸਲਾਖਾ ਪਿੱਛੇ ਪਹੁੰਚਿਆ ਰਾਮ ਰਹੀਮ। 21 ਦਿਨ ਦੀ ਫਰਲੋ ਖਤਮ ਹੋਣ ਤੋਂ ਬਾਅਦ ਰੋਹਤਕ ਦੀ ਸੁਨਾਰਿਆ ਜੇਲ੍ਹ ਦੇ ਵਿੱਚ ਡੇਰਾ ਮੁਖੀ ਸਖਤ ਸੁਰੱਖਿਆ ਹੇਠ ਲਿਆਂਦਾ ਗਿਆ ਜੇਲ੍ਹ। ਰਾਮ ਰਹੀਮ ਨੂੰ ਮਿਲੀ ਫਰਲੋ ਹੋਈ ਖਤਮ। 21 ਦਿਨ ਬਾਅਦ ਵਾਪਸ ਸੁਨਾਰਿਆ ਜੇਲ੍ਹ ਪਹੁੰਚਿਆ ਰਾਮ ਰਹੀਮ। ਜ਼ਿਕਰ ਖਾਸ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਮਿਲੀ ਸੀ 21 ਦਿਨ ਦੀ ਫਰਲੋ। ਦੱਸ ਦਈਏ ਕਿ ਬਲਾਤਕਾਰ ਤੇ ਕਤਲ ਵਰਗੇ ਕਈ ਖਤਰਨਾਕ ਅਪਰਾਧਾਂ ਦੀ ਸਜ਼ਾ ਕੱਟ ਰਿਹਾ ਰਾਮ ਰਹੀਮ। ਰਾਮ ਰਹੀਮ ਦੀ ਫਰਲੋ ਖਤਮ ਹੁੰਦੇ ਹੀ ਡੇਰਾ ਸਿਰਸਾ ਦੇ ਵਿੱਚ ਵੱਡੇ ਸਮਾਗਮ ਦਾ ਆਯੋਜਨ। ਵੱਡੀ ਗਿਣਤੀ 'ਚ ਇਕੱਠੇ ਹੋਏ ਡੇਰਾ ਸਮਰਥਕ। ਯੂਕਰੇਨ ਸੰਕਟ ਤੇ ਪੀਐਮ ਨਰਿੰਦਰ ਮੋਦੀ ਨੇ ਬੁਲਾਈ ਹਾਈ ਲੈਵਲ ਮੀਟਿੰਗ। ਭਾਰਤੀਆਂ ਦੀ ਵਤਨ ਵਾਪਸੀ ਲਈ ਯੂਕਰੇਨ ਦੇ ਗੁਆਂਢੀ ਦੇਸ਼ਾਂ 'ਚ ਜਾਣਗੇ ਕੇਂਦਰੀ ਮੰਤਰੀ। ਗੁਆਂਢੀ ਦੇਸ਼ਾਂ ਦੇ ਜ਼ਰੀਏ ਵਾਪਸ ਲਿਆ ਜਾਣਗੇ ਵਿਦਿਆਰਥੀ। ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਜਾਣਗੇ ਪੋਲੈਂਡ। ਕੇਂਦਰੀ ਮੰਤਰੀ ਹਰਦੀਪ ਪੁਰੀ ਪਹੁੰਚਣਗੇ ਹੰਗਰੀ। ਦੂਜੇ ਪਾਸੇ ਜੋਤਿਰਾਦਿੱਤਿਆ ਸਿੰਧਿਆ ਰੋਮਾਨੀਆ ਜਾ ਰਹੇ ਨੇ ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੂੰ ਸਲੋਵਾਕੀਆ ਭੇਜਿਆ ਜਾ ਰਿਹਾ ਹੈ। ਆਪਰੇਸ਼ਨ ਗੰਗਾ ਦੇ ਤਹਿਤ ਭਾਰਤੀਆਂ ਦੀ ਵਤਨ ਵਾਪਸੀ ਜਾਰੀ ਹੈ। ਦਿੱਲੀ ਪਹੁੰਚਿਆ 5ਵਾਂ ਵਿਸ਼ੇਸ਼ ਜਹਾਜ਼। ਯੂਕਰੇਨ ਦੇ ਵਿੱਚ ਫਸੇ 249 ਭਾਰਤੀ ਪਹੁੰਚੇ ਦਿੱਲੀ। ਹੁਣ ਤੱਕ 1400 ਦੇ ਕਰੀਬ ਭਾਰਤੀ ਵਤਨ ਪਰਤੇ। ਹਾਲਾਂਕਿ ਅਜੇ ਵੀ ਹਜ਼ਾਰਾਂ ਭਾਰਤੀ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ਾਂ ਤੇਜ਼। ਮਹਾਯੁੱਧ ਵਿਚਾਲੇ ਯੂਕਰੇਨ ਰੋਮਾਨੀਆ ਬਾਰਡਰ ਤੇ ਖੜੇ ਵਿਦਿਆਰਥੀਆਂ ਦੀ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ। ਠੰਡ ਦੇ ਵਿੱਚ ਸੜਕਾਂ ਤੇ ਖੜ ਰਾਤ ਕੱਟ ਰਹੇ ਵਿਦਿਆਰਥੀ। ਮੋਗਾ ਦੀ ਨੰਦਨੀ ਨੇ ਜਾਰੀ ਕੀਤੀ ਖਾਰਕੀਵ 'ਚ ਬੰਕਰ ਤੋਂ ਜਾਰੀ ਵੀਡੀਓ। ਬੋਲੀ ਬਾਹਰ ਲਗਾਤਾਰ ਹੋ ਰਹੀ ਬੰਬਾਰੀ ਤੇ ਫਾਇਰਿੰਗ। ਭਾਰਤ ਸਰਕਾਰ ਨੂੰ ਮਦਦ ਦੀ ਲਈ ਗੁਹਾਰ। ਮਹਾਯੁੱਧ ਦੇ ਵਿਚਾਲੇ ਯੂਕਰੇਨ 'ਚ ਫਸੇ ਵਿਦਿਆਰਥੀ ਪਰੇਸ਼ਾਨ। ਕਰਨਾਲ ਦੇ ਦੇਵ ਮੈਦਾਨ ਨੇ ਦੱਸਿਆ ਬਿਨਾਂ ਬਿਜਲੀ ਤੇ ਬਿਨਾਂ ਖਾਣੇ ਤੋਂ ਬੰਕਰਾਂ 'ਚ ਕੱਟ ਰਹੇ ਨੇ ਦਿਨ। ਯੂਕਰੇਨ 'ਚ ਫਸੀ ਇੱਕ ਵਿਦਿਆਰਥਣ ਨੇ ਭਾਵੁਕ ਹੋ ਕੇ ਜਾਰੀ ਕੀਤਾ ਵੀਡੀਓ। ਭਾਰਤੀ ਅੰਬੈਸੀ ਤੇ ਲਾਇਆ ਇਲਜ਼ਾਮ ਕਿ ਅੰਬੈਸੀ ਦੇ ਵੱਲੋਂ ਨਹੀਂ ਚੁੱਕਿਆ ਜਾ ਰਿਹਾ ਫੋਨ ਤੇ ਨਾ ਹੀ ਪਹੁੰਚ ਰਹੀ ਮਦਦ। ਰੂਸੀ ਫੌਜ ਲਗਾਤਾਰ ਕਰ ਰਹੀ ਪਰੇਸ਼ਾਨ। ਯੂਕਰੇਨ 'ਚ ਫਸੇ ਲੁਧਿਆਣਾ ਦੇ ਪਰਿਵਾਰ ਦਾ ਇਕਲੌਤਾ ਬੇਟਾ ਚਿੰਤਾ 'ਚ ਡੁੱਬਿਆ ਪਰਿਵਾਰ ਨੇ ਕਿਹਾ ਜਿਸ ਜਗ੍ਹਾ ਤੋਂ ਵਿਦਿਆਰਥੀਆਂ ਨੂੰ 에ਅਰਲਿਫਟ ਕੀਤਾ ਜਾ ਰਿਹਾ ਉੱਥੇ ਉਹਨਾਂ ਦਾ ਬੇਟਾ 1600 ਕਿਲੋਮੀਟਰ ਦੂਰ। ਯੂਕਰੇਨ 'ਚ ਫਸੀ ਆਪਣੀ ਬੱਚੀ ਨੂੰ ਲੈ ਕੇ ਮੋਗਾ ਦਾ ਪਰਿਵਾਰ ਪਰੇਸ਼ਾਨ। ਵੀਡੀਓ ਕਾਲ ਦੇ ਰਾਹੀਂ ਬੱਚਿਆਂ ਦਾ ਹਾਲਾਤ ਵੇਖ ਕੇ ਭਾਵੁਕ ਹੋਇਆ ਪਿਤਾ। ਬੱਚਿਆਂ ਦੀ ਜਲਦੀ ਵਾਪਸੀ ਦੀ ਕੀਤੀ ਅਪੀਲ। ਫਤਿਹਾਬਾਦ ਦੇ ਪਿੰਡ ਟਿੱਬੀ ਦੀ ਵਿਦਿਆਰਥਣ ਦੀ ਯੂਕਰੇਨ ਤੋਂ ਹੋਈ ਵਤਨ ਵਾਪਸੀ। ਕਿਹਾ ਯੂਕਰੇਨ ਦੇ ਹਾਲਾਤ ਬੇਹੱਦ ਖਰਾਬ। ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਉੱਥੇ ਫਸੇ ਵਿਦਿਆਰਥੀ। ਯੂਕਰੇਨ 'ਚ ਫਸੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਿੱਖਿਆ ਮੰਤਰੀ ਨੂੰ ਲਾਈ ਗੁਹਾਰ। ਮੰਤਰੀ ਨੇ ਬੱਚਿਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਦਾ ਦਿੱਤਾ ਭਰੋਸਾ। ਰੂਸ ਦੇ ਨਾਲ ਜੰਗ ਵਿਚਾਲੇ ਯੂਕਰੇਨ 'ਚ ਫਸੇ ਨੌਜਵਾਨ ਦਾ ਪਰਿਵਾਰ ਨਾਲ ਟੁੱਟਿਆ ਸੰਪਰਕ। ਪਿਛਲੇ 3 ਦਿਨ ਤੋਂ ਗੱਲ ਨਾ ਹੋਣ ਕਰਕੇ ਮਾਪੇ ਪਰੇਸ਼ਾਨ। ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਯੂਕਰੇਨ 'ਚ ਫਸੇ ਵਿਦਿਆਰਥੀਆਂ ਦੇ ਪਰਿਵਾਰਾਂ ਦੇ ਨਾਲ ਕੀਤੀ ਮੁਲਾਕਾਤ। ਕੇਂਦਰ ਸਰਕਾਰ ਤੇ ਲਾਪਰਵਾਹੀ ਦੇ ਲਾਏ ਇਲਜ਼ਾਮ। ਡੀਸੀ ਈਸ਼ਾ ਕਾਲੀਆ ਨੇ ਯੂਕਰੇਨ 'ਚ ਫਸੇ ਵਿਦਿਆਰਥੀਆਂ ਲਈ ਹਾਲ ਜ਼ਿਲ੍ਹੇ 'ਚ ਜਾਰੀ ਕੀਤੇ ਹੈਲਪਲਾਈਨ ਨੰਬਰ। ਕਿਹਾ ਹਰ ਤਰ੍ਹਾਂ ਦੀ ਮਦਦ ਲਈ ਪ੍ਰਸ਼ਾਸਨ ਤਿਆਰ। ਯੂਕਰੇਨ ਤੋਂ ਸੁਰੱਖਿਅਤ ਵਾਪਸ ਪਰਤਿਆ ਸ਼ਿਮਲਾ ਦਾ ਨੌਜਵਾਨ। ਬੇਟੇ ਦੀ ਵਾਪਸੀ ਤੇ ਭਾਵੁਕ ਹੋਇਆ ਪਰਿਵਾਰ।
यूक्रेन तो सुरक्षित घर पहुंची हमीरपुर की रहने वाली मानसी परिवार च खुशी का माहौल यूक्रेन च हो रही तबाही नूं कीता बयान उन्हां दे 4 विद्यार्थी की यूक्रेन तो हुई घर वापसी मापियां नूं आया सुख दा सां डीसी बोले होर विद्यार्थियों वापस लियाउण दी कोशिशां जारी महायुद्ध विचाले यूक्रेन तो अपने घर परते नूं मेवात के 5 विद्यार्थी बयान की यूक्रेन के हालात दस्सिया मेवात के ही करीब 60 तो वध विद्यार्थी होर फसे महायुद्ध विचाले यूक्रेन च धार्मिक जथेबंदियां की मदद लई आईयां अगे यूक्रेन के गुरुद्वारा साहिब ने लोड़वंदां लई लाया लंगर बेघर होए लोकां ते विद्यार्थियों ने दित्ती पनाह यूक्रेन च इस्कोन मंदिर का भी वड्डा उपराला बिना भेदभाव लोड़वंदां दी कर रही मदद दिता जा रहा खाना ते पानी रूस यूक्रेन के विचाले छिड़ी जंग कारण महंगा होया रिफाइंड तेल व्यापारी कर रहे विरोध क्या देश च पए माल दे नहीं बदने चाहिए रेट जंडियाला तो कांग्रेसी विधायक सुखविंदर डैनी ने नगर कौंसल के साबका प्रधान राजकुमार मल्होत्रा खिलाफ पुलिस को दी शिकायत जाति सूचक शब्द बोलन का लाया इल्जाम मल्होत्रा खिलाफ मामला दर्ज बीबीएमबी विवाद से किसान जथेबंदियां ने खोलिया मोर्चा संयुक्त किसान मोर्चे ने 7 मार्च को पंजाब च विरोध प्रदर्शन का किया ऐलान पंजाब हरियाणा की स्थाई मैंबरशिप खत्म करने का भी करनगे विरोध दरअसल केंद्र वालों बीबीएमबी के निर्माण किया गया वड्डा बदलाव पंजाब की शर्तिया मैंबरशिप को किया गया खत्म जिसके चलते हुण किसी भी सूबे तो हो सकते हैं बीबीएमबी के मैंबर पंजाब च गुरनाम चरूनी ने बनाई किसान जथेबंदी दिलबाग सिंह नूं बनाया पंजाब प्रधान बोले हर जिले च करांगे जथेबंदी का विस्तार गुरुग्राम च 3 नौजवानों का बेरहमी के नाल कतल सीएनजी स्टेशन की वारदात नूं दिता अंजाम लुट के इरादे के नाल कतल का खदशा अमृतसर के मुस्तफाबाद दे विच लुट की कोशिश नाकाम मोटरसाइकिल सवार लुटेरिया ने रोकिया साइकिल सवार साइकिल छड्ड के मौके तो भज्या नौजवान वीडियो आई सामने बहादुरगढ़ च 50 करोड़ की कीमत वाली सरकारी जमीन ते भूमाफिया का कब्जा ते नाजायज कलोनी कट्टण का इल्जाम 10 के करीब लोगों को कब्जा हटाउण दा नोटिस जारी प्रशासनिक अधिकारियों ते भी मिली भुगत के इल्जाम पलवल पुलिस लाइन च भेद भरे हालात च पुलिस कर्मी की मौत कमरे च फांसी ते लटकी मिली लाश जांच जुटी पुलिस चंबा दे डलहौजी च तड़कसार कुछ दुकानां नूं लगी अग 5 दुकानां च पिया करोड़ां दा समान सड़ के सुआह फायर ब्रिगेड ने मौके ते पहुंच के पाया अग ते काबू मींह दे नाल खराब हुई फसलों का मुआवजा न मिलन ते रोपड़ च किसानां ते इलाका सुधार कमेटी ने दिता धरना मंगा पूरियां न होण ते नैशनल हाईवे जाम करने की चेतावनी भवानी च तेज मींह ते गड़ेमारी कारण कनक ते सरों की फसल का नुकसान किसानों ने हरियाणा सरकार तो मुआवजे की की मांग क्या 10 दिनों च मंगा न मनण ते घेरांगे खेतीबाड़ी मंत्री की रिहाइश सोनीपत नगर निगम च सफाई कंपनी के वलों 22 लाख के घोटाले का मामला अधिकारियों ते कर्मचारियों के खिलाफ मामला दर्ज होने के बावजूद नहीं हुई कार्रवाई आरटीआई एक्टिविस्ट का इल्जाम कंपनी के मालिक की सियासी पहुंच करके पुलिस नहीं कर रही कार्रवाई अमृतसर च लाड़ा लाड़ी ने विआह तो पहला किया खूनदान बोले जिवें वोट के अधिकार का इस्तेमाल करना जरूरी इंजी मनुखता की सेवा वास्ते खूनदान करना चाहिए भवानी च अपने विआह च जंज लैके पुजी लाड़ी होरना कुड़ियां लई बड़ी मिसाल परिवार ने धियां नूं पुत्तां बराबर दर्जा देने की है पहल हुण अगे वधदे और गल करांगे रूस ते यूक्रेन की जंग के विचाले गलबात शुरू हुई है रशिया ते यूक्रेन के विचाले गलबात शुरू हुई है बेलारूस दे विच मीटिंग कर रहे हैं ये दोवें देश उम्मीदां दी ये मीटिंग कह सकते हैं क्योंकि लगातार जंग चल रही है तो अज 5वां दिन है जिस दे विचाले हुणे मीटिंग किस तरह दे नाल रहेगी अहम मुद्दा है और सब दियां नज़रां इस ते टिकियां ने बेलारूस दे विच यूक्रेन रशिया दे विचाले गलबात हो रही है हालांकि यूक्रेन की गल की जाए तो लगातार डटिया होया है क्योंकि जेकर फौजां की गल करते हैं जेकर हथियारां की गल करते हैं तो बहुत बड़ा फर्क है रूस का और यूक्रेन का पर इस दे विचाले एक हौसला कह सकते हैं यूक्रेन दे विच जिस तरह दे नाल नजर आ रहा है और उस तो बाद हुणे गलबात दे लई रूस जिहड़ा यूक्रेन है और राजी भी होया क्योंकि पहला कहा जा रहा है कि बेलारूस दे विच असीं मुलाकात नहीं करांगे यूक्रेन ने मना किया पर उस तो बाद तर्क आउंदा रूस का कि नहीं यूक्रेन दे वल्लों सानूं ना जिहड़ा है वो सजस्ट किया गया सी सो हुणे मुलाकात हो रही है इन्हां गल्लां बातां तो बाद सारी ये मुलाकात जिहड़ी है अज शुरू हुई है सो रशिया ते यूक्रेन दे विचाले गलबात हुण
ਅਹਿਮ ਜਿਹੜੀ ਹੈ ਉਹ ਵੇਖੀ ਜਾ ਰਹੀ ਹੈ। ਤਾਂ ਯੂਕਰੇਨ ਸੰਕਟ ਤੇ ਮੋਦੀ ਸਰਕਾਰ ਦਾ ਵੀ ਐਕਸ਼ਨ ਸਾਹਮਣੇ ਆਇਆ। ਮੋਦੀ ਸਰਕਾਰ ਦੇ 4 ਮੰਤਰੀ ਯੂਕਰੇਨ ਬਾਰਡਰ ਜਾਣਗੇ, ਪੋਲੈਂਡ ਜਾਣਗੇ ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ, ਹੰਗਰੀ ਜਾਣਗੇ ਕੇਂਦਰੀ ਮੰਤਰੀ ਹਰਦੀਪ ਪੁਰੀ, रोमानिया जाणगे ज्योतिरादित्य सिंधिया और स्लोवाकिया जाणगे केंद्रीय मंत्री किरण रिजिजू। यानी कि बॉर्डर जिहड़े देश ने उन्हां दे नाल जाके गलबात होएगी, उन्हां दी मदद दे नाल जिहड़े बच्चे ने उन्हां नूं वापस लिआंदा जाएगा, क्योंकि कुछ बच्चे अजे भारत पहुंचे ने पर अजे वड्डी तादाद उत्थे बच्चियां दी, विद्यार्थियों दी, लोकां दी मौजूद है जिहड़े उत्थे फसे हुए ने। उन्हां दी मदद दे नाल ही जिहड़ा कड्ढिया जाएगा। सो भारतीयों दी वतन वापसी दा वड्डा प्लान भारत सरकार दे वल्लों तैयार कीता गया। यूक्रेन तो भारतीयों नूं लिआउण ते फैसला कीता गया। If he gets into trouble. Sir, we are in fact trying to send out messages through the embassies, etc. as well. But the scenes that we witnessed, in certain quarters yesterday with security personnel misbehaving with our students as well. How is the government taking into account that? See, I don't know what exactly has been the incident, but I can in general say 2 things. People who go outside must realize they are not in India. Second thing they must realize is you are in a war zone. You cannot do everything that you did otherwise. There will be restrictions, there will be confusion, there will be traffic jams, and you will have agitated border guards on both the sides. Now, in these circumstances, if you do not have patience and do not follow no Indian will be left behind if he gets into trouble. Sir, we are in fact trying to send out messages through the embassies, etc. as well. But the scenes that we witnessed, in certain quarters yesterday with security personnel misbehaving with our students as well. How is the government taking into account that? See, I don't know what exactly has been the incident, but I can in general say 2 things. People who go outside must realize they are not in India. Second thing they must realize is you are in a war zone. You cannot do everything that you did otherwise. There will be restrictions, there will be confusion, there will be traffic jams, and you will have agitated border guards on both the sides. Now, in these circumstances, if you do not have patience, जनरल वीके सिंह पोलैंड जाणगे और सरकार ਦੇ ਵੱਲੋਂ ਪਲਾਨ ਤਿਆਰ ਕੀਤਾ ਗਿਆ। ਉੱਥੇ ਦਿੱਲੀ ਦੇ ਵਿੱਚ ਯੂਕਰੇਨ 'ਚ ਫਸੇ ਵਿਦਿਆਰਥੀਆਂ ਦੇ ਮਾਪੇ ਵਿਦੇਸ਼ ਮੰਤਰਾਲੇ ਦੇ ਬਾਹਰ ਇਕੱਠੇ ਹੋਏ ਨੇ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਵਤਨ ਵਾਪਸੀ ਨੂੰ ਲੈ ਕੇ ਕੇਂਦਰ ਤੇ ਸਵਾਲ ਚੁੱਕੇ ਨੇ। ਉਹਨਾਂ ਇਲਜ਼ਾਮ ਲਗਾਇਆ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ हर संभव मदद नहीं मिल रही। विदेश मंत्रालय के ठीक बाहर हूँ, यहाँ पे काफ़ी लोग इकट्ठा हुए हैं और इन लोगों से जुड़े हुए तमाम जो मसले को समझने के लिए हम बात करते हैं। हमारे साथ कुछ लोग भी हैं। सर, मैं आपसे बातचीत करना चाहूँगा, किन मसलों को लेकर आप आए हैं, क्या अभी तक बातचीत हुई है, वो बताइएगा। मसला हमारा सिर्फ यही है कि हमारे बच्चे जो वहाँ फंसे पड़े हैं, पूरे भारत के बच्चे 20,000 के करीब बच्चे फंसे पड़े हैं, सिर्फ 1,000 के वापस अभी आए हैं, वो भी जो यूक्रेन के वेस्टर्न साइड में है, जिनको ये बोला गया था कि अब पोलैंड में चले जाइए, रोमानिया में चले जाइए, तो उन्हीं को लेके आया गया है। उन बच्चों का क्या, उनके ऊपर क्या सरकार एक्शन ले रही है जो रूस बॉर्डर के पास यानी खार्किव में फंसे पड़े हैं। हम सैटरडे को भी यहाँ पर आए थे, हमने लगभग 7-8 घंटे यहाँ बिताए, हमें तब भी कोई तसल्ली बख्श जवाब नहीं दिए गए थे। आज भी हम यहाँ पर आए हैं और मीडिया ऑप्स जरूर ये गवर्नमेंट करती रहती है। 4 मंत्रियों को आज भेजा जा रहा है। अब ये दिखाया जा रहा है कि उच्च स्तरीय बैठकें हो रही है। अरे भैया, आग लग चुकी है, बहुत कुछ जल चुका है, अब आप कुआं खोद रहे हो, अब आप पानी निकालोगे, ये बातें पहले क्यों नहीं कर ली गई। और मेरी अपनी बेटी और भतीजी 2 हैं यूक्रेन में, खार्किव शहर में, और एडवाइजरी भारत सरकार ने जारी की थी कि आप आइए। उस समय पे जो एडवाइजरी जारी की तो एयर इंडिया ने टिकट का किराया जो 20 से 22,000 रुपये लगता था, एयर इंडिया ने 70,000 से 1.25 लाख तक किराया वसूला बच्चों से। सरकार को पहले कदम सरकार ने क्यों नहीं उठाए? कदम उठाने की तब जरूरत थी, आप जब आपने एडवाइजरी जारी की अपनी फ्लाइट्स की संख्या बढ़ा देते ताकि बच्चे आ जाते। किराया देने को हम तैयार थे, कोई बात नहीं, हमारे से 1 लाख रुपए ले देते, 80,000 ले देते, हम दे देते, चाहे हम कर्जा उठा के देते, जो मर्जी करके देते, अपने बच्चों के लिए हम अपनी जान भी दे देते। वहां पे हमारे 18,000 बच्चे फंसे पड़े हैं, केवल 1,000 बच्चे हमारे नहीं थे। उन 18,000 बच्चों की सोचिए जो आज -2 डिग्री टेम्परेचर पे वहां रात गुजार रहे हैं मेट्रो स्टेशन पे, मेट्रो स्टेशन के बंकर में वो बैठे हुए हैं,
-2 डिग्री टेम्परेचर है, हमारी यहाँ 4 डिग्री 5 डिग्री होता है हमारा, तब रात को जान निकलने को हो जाती है। उनका राशन खत्म होने वाला है। किसी हमारी एम्बेसी के किसी आदमी ने जाके आज तक ये नहीं पूछा कि बेटा तुम्हारे पास खाने के लिए है या नहीं है। अरे फिर हम किस चीज के भारत के नागरिक हैं? फिलहाल जो हम बताना चाह रहे थे, ये जो परिवार हैं ये चाहते हैं कि तमाम जितने भी वहाँ पे भारत मूल के जो स्टूडेंट्स हैं जो वहाँ फंसे हुए हैं उन्हें जल्द से जल्द यहाँ लाया जाए। लिहाजा इसी बात को लेकर भारतीय विदेश मंत्रालय के बाहर इकट्ठा हुए हैं। हालांकि अब यहाँ पर काफ़ी पुलिसकर्मी भी यहाँ पे पहुँचे हैं और यहाँ पर जिस तरह से यहाँ पर कहा जाए कि ये चाहते हैं कि इस मामले पर जल्द से जल्द बातचीत हो, बातचीत के माध्यम से, और इसके साथ ही यूक्रेन में फंसे हुए जो तमाम जो स्टूडेंट्स हैं उसको जल्द से जल्द वहाँ से भारत में लाया जाए। वीडियो जर्नलिस्ट सत्यजीत के साथ शंकर आनंद, न्यूज़ 18 दिल्ली। ਤਾਂ ਰੂਸ ਤੇ ਯੂਕਰੇਨ ਦੀ ਜੰਗ ਨੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਲਈ ਸੁਰੱਖਿਅਤ ਵਤਨ ਵਾਪਸੀ ਦਾ ਸਵਾਲ ਖੜਾ ਕਰ ਦਿੱਤਾ ਹੈ। ਅਜਿਹੇ ਦੇ ਵਿੱਚ ਜੋ ਵਿਦਿਆਰਥੀ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ਤੋਂ ਨੇੜਲੇ ਮੁਲਕਾਂ 'ਚ ਪਹੁੰਚ ਰਹੇ ਨੇ, ਉਹਨਾਂ ਦੀ ਮਦਦ ਲਈ ਧਾਰਮਿਕ ਅਦਾਰੇ ਵੀ ਕੋਸ਼ਿਸ਼ਾਂ ਕਰ ਰਹੇ ਨੇ। ਵੱਖ-ਵੱਖ ਥਾਵਾਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਇੱਕ ਰਿਪੋਰਟ। ਯੂਕਰੇਨ ਰੂਸ ਦੀ ਜੰਗ ਦੌਰਾਨ ਉੱਥੇ ਫਸੇ ਭਾਰਤੀ ਵਿਦਿਆਰਥੀਆਂ ਲਈ ਰਾਹਤ ਅਤੇ ਰਸਦ ਮੁਹੱਈਆ ਕਰਾਉਣ ਲਈ ਧਾਰਮਿਕ ਅਦਾਰੇ ਵੀ ਆਪਣਾ ਸਹਿਯੋਗ ਦੇ ਰਹੇ ਨੇ। ਫਿਰ ਭਾਵੇਂ ਗੁਰਦੁਆਰਾ ਸਾਹਿਬ ਵਿੱਚ ਕੀਤੀ ਜਾ ਰਹੀ ਮਦਦ ਹੋਵੇ ਜਾਂ ਮੰਦਰਾਂ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼। ਪੋਲੈਂਡ ਪਹੁੰਚੇ ਭਾਰਤੀ ਵਿਦਿਆਰਥੀਆਂ ਨੂੰ ਸਕੂਨ ਮਹਿਸੂਸ ਹੁੰਦਾ ਹੈ ਜਦੋਂ ਉਹ ਗੁਰਦੁਆਰਾ ਸਾਹਿਬ ਵਿੱਚ ਪਹੁੰਚਦੇ ਨੇ, ਜਿੱਥੇ ਵਾਰਸਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ 60 ਤੋਂ 70 ਵਿਦਿਆਰਥੀਆਂ ਲਈ ਰਹਿਣ ਦੀ ਅਤੇ ਲੰਗਰ ਪਾਣੀ ਦੀ ਵਿਵਸਥਾ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਜੰਗ ਦੌਰਾਨ ਪੋਲੈਂਡ ਉਹਨਾਂ ਮੁਲਕਾਂ ਚੋਂ ਇੱਕ ਹੈ ਜਿਨ੍ਹਾਂ ਭਾਰਤੀ ਪਾਸਪੋਰਟ ਧਾਰਕਾਂ ਲਈ ਆਪਣੀਆਂ ਹੱਦਾਂ ਤੇ ਵੀਜ਼ਾ ਫ੍ਰੀ ਐਂਟਰੀ ਦਾ ਇੰਤਜ਼ਾਮ ਕੀਤਾ ਹੈ। ਉਧਰ ਹੰਗਰੀ ਵਿੱਚ ਲਾਈਨ ਵਿੱਚ ਲੱਗੇ ਭਾਰਤੀ ਵਿਦਿਆਰਥੀਆਂ ਲਈ ਪੈਕਡ ਖਾਣੇ ਨੂੰ ਵੰਡਣ ਦੀ ਜ਼ਿੰਮੇਵਾਰੀ ਇਸਕॉन ਮੰਦਿਰ ਦੀ ਸਥਾਨਕ ਟੀਮ ਵੱਲੋਂ ਨਿਭਾਈ ਜਾ ਰਹੀ ਹੈ। ਹੰਗਰੀ ਵਿੱਚ ਭਾਰਤੀ ਸਫਾਰਤਖਾਨੇ ਵੱਲੋਂ ਕੀਤੀ ਗਈ ਅਪੀਲ ਤੇ ਇਸਕॉन ਮੰਦਿਰ ਦੇ ਪ੍ਰਬੰਧਕਾਂ ਨੇ ਇਸ ਇੰਤਜ਼ਾਮ ਦੀ ਜ਼ਿੰਮੇਵਾਰੀ ਚੁੱਕੀ ਹੈ। ਸੋ ਆਸਥਾ ਦਾ ਦਰ ਕੋਈ ਵੀ ਹੋਵੇ, ਇਸ ਵੇਲੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਲਈ ਹਰ ਕੋਈ ਆਪਣਾ ਦਰ ਖੋਲ ਕੇ ਕੋਸ਼ਿਸ਼ ਇੱਕੋ ਕਰ ਰਿਹਾ ਹੈ ਕਿ ਇਹਨਾਂ ਵਿਦਿਆਰਥੀਆਂ ਨੂੰ ਦਰਪੇਸ਼ ਦਿੱਕਤਾਂ ਛੇਤੀ ਤੋਂ ਛੇਤੀ ਦੂਰ ਕੀਤੀਆਂ ਜਾਣ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਸੋ ਬਿਲਕੁਲ ਲੋੜ ਹੈ ਇਹਨਾਂ ਹਾਲਾਤਾਂ ਦੇ ਵਿੱਚ ਜਿੰਨੀ ਵੀ ਕਿਸੇ ਤੋਂ ਮਦਦ ਹੋਏ ਤਾਂ ਕੀਤੀ ਜਾਵੇ। ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਔਰ ਜਲਦੀ ਵਾਪਸ ਆਵਾਂਗੇ।